ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਮੈਨੂੰ ਇਹ ਦੱਸਿਓ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਆਪਣੀ ਸਰਕਾਰ ਨੂੰ ਰੋਜ਼ ਆੜੇ ਹੱਥੀ ਲੈਂਦੇ ਆ, ਆਪਣੀ ਹਾਈ ਕਮਾਂਡ ਦੇ ਮਾੜੇ ਮੋਟੇ ਇਸ਼ਾਰੇ ਤੋਂ ਬਿਨਾਂ ਇਹ ਕਿਤੇ ਸੰਭਵ ਹੈ? ਕੀ ਕਿਸੇ ਪ੍ਰਧਾਨ ਦਾ ਇਸ ਤਰ੍ਹਾਂ ਲਗਾਤਾਰ ਪਾਰਟੀ ਦੀ ਅਨੁਸ਼ਾਸਨ ਤੋਂ ਪਾਸੇ ਜਾ ਕੇ ਮੀਡੀਆ ਵਿੱਚ ਆ ਕੇ ਆਪਣੀ ਸਰਕਾਰ ਨੂੰ ਘੇਰਨਾ ਕਿਸੇ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ? ਕੀ ਕਿਸੇ ਰਣਨੀਤੀਕਾਰ ਵੱਲੋਂ ਇਹ ਸਕ੍ਰਿਪਟਡ ਹੈ ਜੋ ਵਾਪਰ ਰਿਹਾ? ਘਟਨਾਵਾਂ ਜਿਸ ਤਰੀਕੇ ਨਾਲ ਚੱਲ ਰਹੀਆਂ ਨੇ, ਇਹ ਟਵੀਟ ਔਰ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ, ਕੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਢਾਂਚੇ ਤੋਂ ਉੱਪਰ ਮੰਨ ਲਿਆ ਗਿਆ ਕਿ ਉਹਨਾਂ ਉੱਤੇ ਰੂਟੀਨ ਕਾਰਵਾਈ ਲਾਗੂ ਹੀ ਨਹੀਂ ਹੁੰਦੀ, ਉਹ ਜੋ ਮਰਜ਼ੀ ਕਰਨ ਉਵੇਂ ਚੱਲਿਆ ਜਾਊਗਾ? ਸਾਡਾ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ ਦੇ ਵਿੱਚ ਨਾ ਤਾਂ ਕੋਈ ਸ਼ਿਕਵਾ ਹੈ ਤੇ ਨਾ ਹੀ ਸਾਡਾ ਉਹਨਾਂ ਨਾਲ ਕੋਈ ਹਮਦਰਦੀ ਹੈ। ਮੁੱਦੇ ਪੰਜਾਬ ਦੇ ਨੇ, ਸਾਨੂੰ ਚੰਗੇ ਲੱਗਦੇ ਆ, ਲੇਕਿਨ ਜਦੋਂ ਤੁਸੀਂ ਪਾਰਟੀਆਂ ਦੇ ਫੋਰਮ ਤੋਂ, ਪਲੇਟਫਾਰਮ ਤੋਂ ਬੋਲਦੇ ਹੋ ਤਾਂ ਉਹਦੇ ਉੱਤੇ ਇੱਕ ਛੋਟੀ ਮੋਟੀ ਕਾਰਵਾਈ ਵੀ ਪੰਗੇ 'ਚ ਲੈ ਆਉਂਦੀ ਹੈ। ਪਰ ਜਿੱਦਾਂ ਇਹ ਰੋਜ਼ ਦਾ ਮਜਮਾ ਲੱਗਦਾ ਹੈ, ਜੇ ਨਵਜੋਤ ਸਿੰਘ ਸਿੱਧੂ ਆਪਣੇ ਮੁੱਖ ਮੰਤਰੀ ਕੋਲ ਸਿੱਧਾ ਵੀ ਦਰਵਾਜ਼ਾ ਖੜਕਾ ਕੇ ਜਾ ਵੜਦੇ ਵੀ ਭਾਈ ਇਹਨਾਂ ਮੁੱਦਿਆਂ ਤੇ ਕਾਰਵਾਈ ਕਿਉਂ ਨਹੀਂ ਕਰਦੇ, ਜੇ ਮੁੱਖ ਮੰਤਰੀ ਉਹਨਾਂ ਨੂੰ ਨਾ ਕਰ ਦਿੰਦੇ ਤੇ ਫਿਰ ਮੀਡੀਆ 'ਚ ਆ ਕੇ ਉਹ ਤੋਂ ਵੀ ਪਹਿਲਾਂ ਆਪਣੀ ਹਾਈ ਕਮਾਂਡ ਨੂੰ ਕਹਿੰਦੇ ਚਲੋ ਹਾਈ ਕਮਾਂਡ ਨੂੰ ਛੱਡੋ, ਉਹ ਹਾਈ ਕਮਾਂਡ ਹੈ ਕਿ ਲੋ ਕਮਾਂਡ ਹੈ ਕਿ ਨੋ ਕਮਾਂਡ ਹੈ, ਉਹ ਪੰਨੂ ਸਾਹਿਬ ਕਹਿੰਦੇ ਸੀ ਆਪਾਂ ਉਹਨੂੰ ਵੀ ਛੱਡ ਦਿੰਦੇ। ਪਰ ਜੇ ਚੰਨੀ ਉਹਨਾਂ ਨੂੰ ਨਾ ਕਰਦੇ ਜਾਂ ਲਾਰਾ ਲੱਪਾ ਲਾਉਂਦੇ ਜਾਂ ਕੁਝ ਹੋਰ ਕਰਦੇ ਤੇ ਉਦੋਂ ਮੀਡੀਆ 'ਚ ਆ ਕੇ ਦੱਸਦੇ, ਜਾਂ ਫਿਰ ਉਹ ਆਪਣਾ ਜਿਹੜਾ ਹਰੀਸ਼ ਚੌਧਰੀ ਲਾਏ ਹੋਏ ਆ, ਜੇਕਰ ਉਹ ਵੀ ਵਿੱਚ ਪੈਂਦਿਆਂ ਗੱਲ ਨਾ ਮੁੱਕਦੀ ਫਿਰ ਆਉਂਦੇ। ਲੇਕਿਨ ਸਿੱਧੂ ਸਾਹਿਬ ਸਿੱਧਾ ਜਦੋਂ ਮੀਡੀਆ ਨੂੰ ਸੰਬੋਧਿਤ ਹੁੰਦੇ ਆ ਤਾਂ ਇਹਨਾਂ ਵਰਤਾਰਿਆਂ ਨੂੰ ਐਵੇਂ ਵੀ ਦੇਖ ਲਈਏ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਨੇ ਲਾਤਾ ਤੇ ਸਿੱਧੂ ਦੇ ਸ਼ਬਦਾਂ ਅਨੁਸਾਰ ਚੰਨੀ ਸਾਹਿਬ ਨੂੰ ਹੀ ਹਾਈ ਕਮਾਂਡ ਨੇ ਲਾਤਾ, ਤੇ ਕੀ ਆਉਂਦੀ ਇਲੈਕਸ਼ਨ ਤੋਂ ਪਹਿਲਾਂ ਸਿੱਧੂ ਦਾ ਚਿਹਰਾ ਦਿਖਾਉਣ ਲਈ ਚੰਨੀ ਸਾਹਿਬ ਨੂੰ ਪਾਸੇ ਕਰਨ ਦਾ ਇਹ ਤਰੀਕਾਕਾਰ ਹੈ? ਇੱਕ ਬਣਦੀ ਹੋਈ ਇਮੇਜ ਨੂੰ ਜੇ ਤੁਸੀਂ ਡੈਮੇਜ ਆਪ ਨਹੀਂ ਕਰੋਗੇ ਤਾਂ ਉਹਨੂੰ ਤੁਸੀਂ ਲਾ ਕਿਵੇਂ ਸਕੋਗੇ? ਇਹ ਕੀ ਸਭ ਕੁਝ ਪੂਰਵ ਨਿਰਧਾਰਤ ਹੈ, ਪ੍ਰੀ ਡਿਟਰਮਿਨ ਹੈ? ਇਹ ਬਹੁਤ ਵੱਡੇ ਸਵਾਲ ਆ, ਇਹਨਾਂ ਦਾ ਜਵਾਬ ਦਿੱਤੇ ਬਿਨਾਂ ਗੁਜ਼ਾਰਾ ਨਹੀਂ। ਉਂਝ ਸਰਕਾਰ ਨੂੰ ਵੀ ਜਵਾਬ ਦੇਣੇ ਹੀ ਪੈਣੇ ਆ ਕਿ ਸੱਚਮੁੱਚ ਜਿਹੜੇ ਸਿੱਧੂ ਨੇ ਸਵਾਲ ਉਠਾਏ ਆ ਕਿ ਏਜੀ ਸਾਹਿਬ ਉਸੇ ਕੇਸ ਦੇ ਵਿੱਚ ਹੁਣ ਸਰਕਾਰ ਵੱਲੋਂ ਜਾ ਕੇ ਕੀ ਕਰਨਗੇ ਜਿਹੜੀ ਸਰਕਾਰ ਦੇ ਖਿਲਾਫ ਉਹ ਲੜਦੇ ਰਹੇ ਆ, ਇਹ ਵੀ ਤਾਂ ਮਸਲਾ ਹੈ। ਦੂਜੀ ਗੱਲ, ਜਿਹੜੇ 6 ਮਹੀਨੇ ਲੰਘਣ ਦੀ ਗੱਲ ਕਰਦੇ ਆ, ਇਹ ਵੀ ਤਾਂ ਮਸਲਾ ਹੈ ਕਿ ਸਰਕਾਰ ਨੂੰ ਕੋਰਟ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ ਕਿ ਚਲਾਨ ਪੇਸ਼ ਕਰੋ ਬੇਅਦਬੀ ਮਾਮਲਿਆਂ 'ਚ, ਗੋਲੀकांड ਦੇ ਵਿੱਚ, ਉਹ 6 ਮਹੀਨੇ ਕਹਿੰਦੇ ਲੰਘ ਗਏ। ਹੁਣ ਇਹਦਾ ਮਤਲਬ ਹੈ ਕਿ ਅਸੀਂ ਸੁਹਿਰਦ ਕਿਹੜੀ ਧਿਰ ਨੂੰ ਦੇਖੀਏ? ਸੁਹਿਰਦਤਾ ਦੇ ਮਾਮਲੇ 'ਚ ਕਈ ਚੀਜ਼ਾਂ ਸਾਹਮਣੇ ਆ ਜਾਂਦੀਆਂ। ਔਰ ਦੂਜੇ ਬੰਨੇ ਜੇਕਰ ਤੁਸੀਂ ਅੱਜ ਕੁਝ ਨਿਯੁਕਤੀਆਂ ਨੂੰ ਲੈ ਕੇ ਪਏ ਰੌਲੇ ਦਾ ਗੱਲ ਕਰੋ ਤਾਂ ਇਹ ਵੀ ਤਾਂ ਐਥਿਕਸ ਨਾਲ ਜੁੜੇ ਮਾਮਲੇ ਆ। ਅੱਜ ਇਹ ਵੀ ਜਦੋਂ ਇੱਕ ਵਾਰੀ ਵਾਜਵੇ ਪਰਿਵਾਰ ਦਾ ਇੱਕ ਫਰਜ਼ੰਦ ਲਾਇਆ ਜਾ ਰਿਹਾ ਸੀ ਤੇ ਉਦੋਂ ਕੁਝ ਮੰਤਰੀਆਂ ਵੱਲੋਂ ਇਹ ਰੌਲਾ ਪਾਇਆ ਗਿਆ ਸੀ ਕਿ ਬਾਕੀ ਬੇਰੁਜ਼ਗਾਰੀ ਜੇ ਦੂਰ ਕਰਤੀ ਆ ਤਾਂ ਨਵਿਆਂ ਵੱਲ ਤੁਰੀਏ। ਲੇਕਿਨ ਅੱਜ ਫਿਰ ਕੁਝ ਨਿਯੁਕਤੀਆਂ ਹੋਈਆਂ, ਇੱਕ ਐਮਐਲਏ, ਇੱਕ ਵਜ਼ੀਰ ਦੇ ਜਿਹੜੇ ਪੁੱਤਰ ਤੇ ਜਵਾਈ ਨੂੰ ਨੌਕਰੀ ਮਿਲੀ ਆ ਤੇ ਉਹਦੇ ਵਿੱਚ ਮਾਪਦੰਡ ਕਿਹੜੇ ਵਰਤੇ ਗਏ, ਉਹਦੇ ਉੱਤੇ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ। ਸੋ ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸੋ ਕਿ ਸਿੱਧੂ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਔਰ ਬਹੁਤ ਤਲਖ ਹੋ ਜਾਂਦੇ, ਇੱਥੋਂ ਤੱਕ ਪਹਿਲੀ ਵਾਰੀ ਕਹਿ ਜਾਂਦੇ ਕਿ ਮੈਂ ਥੋੜੀ ਚੰਨੀ ਨੂੰ ਲਾਇਆ, ਹਾਈ ਕਮਾਂਡ ਨੇ ਲਾਇਆ, ਤੇ ਦੂਜੇ ਬੰਨੇ ਉਹ ਕਹਿੰਦੇ ਮੈਂ ਤੋਂ ਪਿੱਛੇ ਨਹੀਂ ਹਟਣਾ। ਤੀਜੇ ਬੰਨੇ ਉਹ ਤੁਰੰਤ ਬਾਅਦ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਉਸ ਤੋਂ ਬਾਅਦ ਇੱਕ ਮੀਟਿੰਗ 'ਚ ਸ਼ਾਮਲ ਹੋ ਜਾਂਦੇ ਆ ਤੇ ਉੱਥੋਂ ਵੀ ਇੱਕ ਖਬਰ ਆ ਰਹੀ ਸੀ ਕਿ ਉਹ ਦਰਮਿਆਨ 'ਚ ਵੀ ਉੱਠ ਕੇ ਚਲੇ ਗਏ। ਇਹ ਸਭ ਚੱਲ ਕੀ ਰਿਹਾ? ਕੀ ਕਹਿੰਦੇ ਹੋ? ਤੁਹਾਡਾ ਬੜਾ ਅਨੁਭਵ ਹੈ ਪੱਤਰਕਾਰਤਾ ਦਾ। ਕਿਸੇ ਪਾਰਟੀ ਦੇ ਵਿੱਚ ਕੋਈ ਸੰਕਟ ਇੰਨੇ ਲੰਬੇ ਕਿਵੇਂ ਚੱਲ ਜਾਂਦੇ ਆ ਤੇ ਉਹਦੀ ਹਾਈ ਕਮਾਂਡ ਉੱਥੇ ਬੈਠੀ ਕੀ ਕਰਦੀ ਹੈ? ਪੰਜਾਬ ਦੇ ਮੁੱਦਿਆਂ ਨੂੰ ਐ ਫੁੱਟਬਾਲ ਵਾਂਗ ਘਸੀਟਿਆ ਜਾ ਰਿਹਾ। ਮੈਨੂੰ ਸਮਝਾਇਓ ਜ਼ਰਾ ਕਿ ਅਸੀਂ ਹੁਣ ਕਿਸ ਦਿਸ਼ਾ ਨੂੰ ਜਾ ਰਹੇ ਹਾਂ? ਕੁਝ ਵਾਪਰੂਗਾ ਵੀ ਜਾਂ ਬਸ ਇਹ ਡਰਾਮਾ, ਇਹ ਨਾਟਕ ਔਰ ਇਹ ਪਰਦੇ ਇਵੇਂ ਹੀ ਉੱਠਦੇ ਡਿੱਗਦੇ ਰਹਿਣਗੇ? ਰੰਧਾਵਾ ਜੀ, ਜਦੋਂ ਤੋਂ ਏਜੀ ਦੀ ਤੇ ਡੀਜੀਪੀ ਦੀ ਅਪਾਇੰਟਮੈਂਟ ਹੋਈ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਨੇ 28 ਸਪਟੈਂਬਰ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਅਚਾਨਕ ਅਸਤੀਫਾ ਦੇ ਦਿੱਤਾ ਸੀਗਾ। ਔਰ ਅਸਤੀਫੇ ਦੀ ਵਜ੍ਹਾ ਵੀ ਸੀ ਕਿ ਆਹ ਜਿਹੜੇ 2 ਅਪਾਇੰਟਮੈਂਟ ਹੋਏ ਨੇ, ਇੱਕ ਜਿਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ ਐਸਆਈਟੀ ਦੇ ਮੁਖੀ ਹੁੰਦੇ ਹੋਏ, ਉਹਨਾਂ ਨੂੰ ਤੁਸੀਂ ਡੀਜੀਪੀ ਲਾਤਾ। ਔਰ ਦੂਜਾ ਏਜੀ ਉਹਨਾਂ ਨੂੰ ਲਾਤਾ ਜਿਨ੍ਹਾਂ ਨੇ ਬਲੈਂਕਟ ਬੇਲ ਦਵਾਈ ਸੀਗੀ ਸੁਮੇਧ ਸਿੰਘ ਸੈਣੀ ਉਹਨਾਂ ਨੂੰ, ਉਹ ਵੀ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕਰਕੇ। ਹੁਣ ਉਹਨਾਂ ਨੂੰ ਹੀ ਤੁਸੀਂ ਅਗਰ ਐਡਵੋਕੇਟ ਜਨਰਲ ਲਾਇਆ ਤੇ ਉਹ ਉਹਨਾਂ ਕੇਸਾਂ ਨੂੰ ਕਿੱਦਾਂ ਲੜਨਗੇ? ਔਰ ਜਿਹੜੇ ਕੇਸਾਂ ਦੇ ਵਿੱਚ ਉਹ ਸਰਕਾਰ ਤੋਂ ਜਿੱਤੇ ਹੋਏ ਨੇ, ਉਹਨਾਂ ਕੇਸਾਂ ਦੇ ਵਿੱਚ ਉਹਨਾਂ ਦੀ ਬੇਲ ਕੈਂਸਲ ਕਰਾਉਣ ਵਾਸਤੇ ਕੀ ਉਹ ਐਸਐਲਪੀ ਲਾਣਗੇ, ਸਪੈਸ਼ਲ ਲੀਵ ਪਟੀਸ਼ਨ ਲਾਣਗੇ? ਇਹਨਾਂ ਮੁੱਦਿਆਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਏਜੀ
ਜਾਂ ਮੁੱਖ ਮੰਤਰੀ ਚੰਨੀ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ। ਹੁਣ ਗੱਲ ਹੈਗੀ ਹੈ, ਗੱਲ ਤੇ ਅੜੀ ਦੀ ਹੈ। ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਹਟਾਇਆ ਗਿਆ ਸੀ, ਐਲੀਗੇਸ਼ਨ ਉਹਨਾਂ ਦੇ ਖਿਲਾਫ ਇਹੀ ਸੀਗੇ ਕਿ ਉਹ ਬਾਦਲਾਂ ਨਾਲ ਰਲੇ ਹੋਏ ਨੇ, ਡਰੱਗ ਦੇ ਮੁੱਦੇ ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਬੇਅਦਬੀਆਂ ਦੇ ਮੁੱਦੇ ਤੇ ਉਹ 1 ਇੰਚ ਵੀ ਅੱਗੇ ਨਹੀਂ ਵਧੇ। ਔਰ ਅੱਜ ਜਦ ਚੰਨੀ ਉਹਨਾਂ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਇਲਜ਼ਾਮ ਲਾਉਂਦੇ ਨੇ, ਉਹ ਇਲਜ਼ਾਮ ਸੇਮ ਹੈ ਜਿਨ੍ਹਾਂ ਇਲਜ਼ਾਮਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ। ਪਰ ਚੰਨੀ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਹੋਰ ਜ਼ਿਆਦਾ ਵੱਧ ਜਾਂਦਾ ਹੈ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਹਾਈ ਕੋਰਟ ਨੇ ਰਿਜੈਕਟ ਕੀਤਾ ਸੀਗਾ, ਉਹ ਨਾਲ ਦੇ ਨਾਲ ਆਰਡਰ ਐਦਾਂ ਦੇ ਵੀ ਦਿੱਤੇ ਸੀਗੇ ਕਿ ਨਵੀਂ ਸਿਟ ਬਣਾਓ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਹੀਂ ਹੋਣੇ ਚਾਹੀਦੇ, ਔਰ ਉਹ ਸਿਟ 6 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ, ਆਪਣਾ ਚਲਾਨ ਪੇਸ਼ ਕਰੇ ਤਾਂ ਕਿ ਇਸ ਕੇਸ ਦੇ ਵਿੱਚ ਅੱਗੇ ਵਧਿਆ ਜਾ ਸਕੇ। ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਾਫੀ ਟਾਈਮ ਲਾਤਾ ਸੀਗਾ ਇਸ ਸਿਟ ਨੂੰ ਬਣਾਉਣ ਵਾਸਤੇ, ਤਦ ਉਹਨਾਂ ਦੇ ਖਿਲਾਫ ਐਲੀਗੇਸ਼ਨ ਲੱਗੇ ਸੀ। ਸਿਟ ਬਣ ਗਈ, ਫਿਰ ਇਲਜ਼ਾਮ ਇਹ ਲੱਗੇ ਕਿ ਸਿਟ ਨੂੰ 6 ਮਹੀਨੇ ਕਿਉਂ ਦਿੱਤੇ ਨੇ। ਕੋਰਟ ਨੇ ਤੇ ਕਿਹਾ ਮੈਕਸਿਮਮ 6 ਮਹੀਨਿਆਂ ਦੇ ਵਿੱਚ ਰਿਪੋਰਟ ਦਿਓ। ਇਹ ਰਿਪੋਰਟ ਤੇ 1-2 ਮਹੀਨਿਆਂ ਦੇ ਵਿੱਚ ਵੀ ਦਿੱਤੀ ਜਾ ਸਕਦੀ ਹੈ, ਪਰ ਚਲੋ ਹੁਣ ਤੇ 6 ਮਹੀਨੇ ਵੀ ਵੱਧ ਗਏ। ਨਵਜੋਤ ਸਿੰਘ ਸਿੱਧੂ ਉਹਨਾਂ ਦੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੱਡਾ ਮੁੱਦਾ ਇਹ ਵੀ ਸੀਗਾ ਕਿ ਅੱਜ ਪੂਰੇ 6 ਮਹੀਨੇ 1 ਦਿਨ ਹੋ ਗਿਆ, ਕਿੱਥੇ ਹੈ ਚਲਾਨ, ਕਿੱਥੇ ਹੈ ਇਨਵੈਸਟੀਗੇਸ਼ਨ। ਅੱਜ ਉਹ ਦਿਨ ਵੀ ਹੈਗਾ ਜਦ ਸੁਨਾਰੀਆ ਜੇਲ੍ਹ ਦੇ ਵਿੱਚ ਇੱਕ ਟੀਮ ਉਹਨਾਂ ਨਾਲ ਪੁੱਛਗਿੱਛ ਵਾਸਤੇ ਗਈ ਹੈ, ਪਰ ਇਹ ਜਿਹੜੀ ਇਜਾਜ਼ਤ ਅੱਜ ਕਹਿ ਰਿਹਾ ਹੈ ਕਿ ਡੇਰਾ ਮੁਖੀ ਤੋਂ ਪੁੱਛਗਿੱਛ ਦੀ ਇਜਾਜ਼ਤ ਹੁਣ ਮਿਲੀ ਹੈ, ਇਹ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਟਾਈਮ ਵਿੱਚ ਵੀ ਮਿਲੀ ਸੀ। ਉਸ ਟਾਈਮ ਪੁੱਛਗਿੱਛ ਕਿਉਂ ਨਹੀਂ ਹੋਈ ਔਰ ਕਿਉਂ ਇੰਨੇ ਮਹੀਨੇ ਲੱਗ ਗਏ ਇਸ ਪੁੱਛਗਿੱਛ ਵਾਸਤੇ? 70 ਸਵਾਲਾਂ ਨੂੰ ਲੈ ਕੇ ਅੱਜ ਡੇਰਾ ਮੁਖੀ ਨਾਲ ਹਜੇ ਵੀ ਚੱਲ ਰਹੀ ਹੈ, ਕਹਿੰਦੇ ਆ ਕਿ ਪੁੱਛਗਿੱਛ, ਔਰ 70 ਦੇ 200 ਸਵਾਲ ਵੀ ਹੋ ਸਕਦੇ ਨੇ। ਪਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਤਲਖੀ ਕੁਝ ਵਾਧੂ ਸੀਗੀ। ਉਹਨਾਂ ਨੇ ਤੇ ਇੱਥੇ ਤੱਕ ਕਹਿਤਾ ਕਿ ਜਾਂ ਤੇ ਕੰਪਰੋਮਾਈਜ਼ਿੰਗ ਅਫਸਰਾਂ ਨੂੰ ਰੱਖ ਲਓ ਜਾਂ ਫਿਰ ਤੁਸੀਂ ਆਪਣੇ ਪੀਪੀਸੀਸੀ ਪ੍ਰਧਾਨ ਨੂੰ ਚੁਣ ਲਓ। ਯਾਨੀ 2 ਟੁਕ ਇਹ ਗੱਲ ਕਹਿਣ ਦਾ ਮਤਲਬ ਹੈ ਕਿ ਤਲਵਾਰਾਂ ਹੁਣ ਨਿਕਲ ਗਈ ਹੈ। ਚੰਨੀ ਉਹਨਾਂ ਨੂੰ ਲੌਜਿਕ ਦੇਣਾ ਪਏਗਾ ਕਿ ਉਹ ਕਿਉਂ ਐਡਵੋਕੇਟ ਜਨਰਲ ਨੂੰ ਉਹਨਾਂ ਨੇ ਕਿਉਂ ਅਪਾਇੰਟ ਕੀਤਾ, ਇੱਦਾਂ ਦੇ ਕੰਟਰੋਵਰਸ਼ੀਅਲ ਐਡਵੋਕੇਟ ਜਨਰਲ ਨੂੰ, ਔਰ ਕਿਉਂ ਨਹੀਂ ਉਹਨਾਂ ਨੂੰ ਹਟਾ ਰਹੇ, ਭਾਵੇਂ ਉਹ ਅਸਤੀਫਾ ਵੀ ਦੇ ਚੁੱਕੇ ਨੇ। ਉਹ ਅਸਤੀਫਾ ਕਈ ਵਾਰ ਖਬਰ ਆਉਂਦੀ ਹੈ ਐਕਸੈਪਟ ਹੋ ਗਿਆ, ਕਈ ਵਾਰ ਖਬਰ ਆਉਂਦੀ ਹੈ ਰਿਜੈਕਟ ਹੋ ਗਿਆ। ਹੁਣ ਲੇਟੈਸਟ ਖਬਰ ਹੈਗੀ ਹੈ ਕਿ ਉਹਨਾਂ ਨੂੰ ਅਸਤੀਫਾ ਤੇ ਉਹਨਾਂ ਦਾ ਰੱਖ ਲਿਆ ਗਿਆ ਹੈ, ਪਰ ਨਾਲ ਦੇ ਨਾਲ ਇਹ ਕਿਹਾ ਗਿਆ ਕਿ ਅਗਲੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੱਕ ਤੁਸੀਂ ਆਪਣੀ ਕੰਮ ਵਿੱਚ ਆਪਣੀ ਸੀਟ ਤੇ ਕਾਇਮ ਰਹੋ। ਯਾਨੀ ਇਹ ਤਲਖੀ ਜਿਹੜੀ ਤੁਸੀਂ ਸ਼ੁਰੂ ਵਿੱਚ ਗੱਲ ਕਹੀ ਹੈ ਕਿਤੇ ਸਕ੍ਰਿਪਟਡ ਤੇ ਨਹੀਂ। ਜਿਸ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਔਰ ਉਸ ਹਟਾਉਣ ਦੀ ਵਜ੍ਹਾ ਸਿੱਧੂ ਉਹਨਾਂ ਦੇ ਟਵੀਟ ਤੋਂ ਇਲਾਵਾ ਚੰਨੀ ਉਹਨਾਂ ਦਾ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਘਰੋਂ ਬਾਹਰ ਨਿਕਲ ਕੇ ਇਹ ਗੱਲ ਕਹਿਣਾ ਕਿ ਸਾਨੂੰ ਇਸ ਮੁੱਖ ਮੰਤਰੀ ਤੇ ਭਰੋਸਾ ਨਹੀਂ, ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ ਜਿਹੜਾ ਬਾਦਲਾਂ ਨਾਲ ਰਲਿਆ ਹੋਇਆ, ਜਿਹੜੇ ਡਰੱਗ ਦੇ ਮੁੱਦੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਬੇਅਦਬੀਆਂ ਦੇ ਮੁੱਦੇ ਤੇ ਰੰਧਾਵਾ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਆਸ ਨਹੀਂ ਕਿ ਇਹ ਬੇਅਦਬੀਆਂ ਦੇ ਮੁੱਦੇ ਤੇ ਕਿਸੇ ਸਿੱਟੇ ਤੇ ਪਹੁੰਚਣ। ਪਰ ਉਹ ਰੰਧਾਵਾ ਜਿਨ੍ਹਾਂ ਦੇ ਉੱਤੇ ਹੁਣ ਸਿੱਧੂ ਉਹਨਾਂ ਐਲੀਗੇਸ਼ਨ ਲਾਉਂਦੇ ਨੇ ਕਿ ਉਹ ਜਿਹੜੇ ਕਹਿੰਦੇ ਸੀਗੇ ਕਿ ਵੀ ਸੈਣੀ ਉਹਨਾਂ ਦੇ ਬਾਹਰ ਘਰ ਦੇ ਦੀਵਾਰਾਂ ਤੇ ਡੰਡੇ ਮਾਰ ਕੇ ਪੁਲਿਸ ਆ ਗਈ, ਜੇ ਮੈਂ ਹੁੰਦਾ ਤੇ ਕੰਧ ਟੱਪ ਕੇ ਸੈਣੀ ਉਹਨਾਂ ਨੂੰ ਫੜ ਕੇ ਲੈ ਆਉਂਦਾ, ਅੱਜ ਉਹ ਇਸ ਮੁੱਦੇ ਤੇ ਚੁੱਪ ਨੇ। ਅੱਜ ਵੀ ਸਿੱਧੂ ਸਾਹਿਬ ਨੇ ਉਹੀ ਗੱਲ ਦੁਹਰਾਈ ਹੈ। ਜਦੋਂ ਪੁੱਛਿਆ ਗਿਆ ਕਿ ਤੁਹਾਡਾ ਨਿਸ਼ਾਨਾ ਚੰਨੀ ਵੱਲ ਹੈ ਜਾਂ ਤੁਹਾਡਾ ਨਿਸ਼ਾਨਾ ਰੰਧਾਵਾ ਵੱਲ ਹੈ, ਤੇ ਉਹਨਾਂ ਨੇ ਕਿਹਾ ਜੀ ਨਾਂ ਨਹੀਂ ਲੈਣੇ, ਨਾਂ ਨਹੀਂ ਅਸੀਂ, ਮੈਂ ਪਰਸਨਲ ਨਹੀਂ ਹੁੰਦਾ। ਲੇਕਿਨ ਬਾਅਦ ਦੇ ਵਿੱਚ ਨਾਲ ਹੀ ਉਹਨਾਂ ਕਹਿਤਾ ਕਿ ਉਹੀ ਸੀ ਜਿਹੜੇ ਕਹਿੰਦੇ ਸੀਗੇ ਕਿ ਸਾਨੂੰ ਭਰੋਸਾ ਨਹੀਂ, ਤੇ ਜਿਹੜੇ ਕਹਿੰਦੇ ਸੀ ਪੁਲਿਸ ਡਾਂਗਾ ਮਾਰ ਕੇ ਆ ਗਈ ਸੈਣੀ ਦੇ ਘਰੇ, ਉਹਨਾਂ ਦਾ ਸਿੱਧਾ ਨਿਸ਼ਾਨਾ ਸੁਖਜਿੰਦਰ ਸਿੰਘ ਰੰਧਾਵਾ ਹੀ ਸੀਗੇ। ਅੱਛਾ, ਦੂਜੀ ਗੱਲ ਜਿਹੜੀ ਤੁਹਾਨੂੰ ਯਾਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਅਸਤੀਫੇ ਵਾਲਾ ਪੱਤਰ ਉਹਦੇ 'ਚ ਲਿਖਿਆ ਸੀ ਸੋਨੀਆ ਗਾਂਧੀ ਨੂੰ ਕਿ ਤੁਸੀਂ, ਸਿੱਧੂ ਮੈਨੂੰ ਜਲੀਲ ਕਰਦਾ ਰਿਹਾ, ਸਿੱਧੂ ਮੈਨੂੰ ਬਾਰ-ਬਾਰ ਟਵੀਟ ਕਰਕੇ ਮੈਨੂੰ ਗਾਲਾਂ ਕੱਢਦਾ ਰਿਹਾ, ਤੇ ਤੁਸੀਂ ਉਹਨੂੰ ਸ਼ਹਿ ਸੀਗੀ ਤੁਹਾਡੇ ਪੁੱਤ ਤੇ ਧੀ ਦੀ, ਤੇ ਤੁਸੀਂ ਚੁੱਪ ਕਰਕੇ ਸਭ ਵਹਿੰਦੇ ਰਹੇ। ਅੱਛਾ, ਇਹੀ ਇਲਜ਼ਾਮ ਕੱਲ ਨੂੰ ਕੀ ਚਰਨਜੀਤ ਸਿੰਘ ਚੰਨੀ ਵੀ ਲਾਉਣਗੇ ਕਿ ਹਾਈ ਕਮਾਂਡ ਵੇਖਦੀ ਰਹੀ, ਸਿੱਧੂ ਰੋਜ਼ ਪ੍ਰੈਸ ਕਾਨਫਰੰਸ ਕਰਕੇ ਮੇਰੇ ਤੇ ਔਰ ਮੇਰੀ ਸਰਕਾਰ ਤੇ ਇਲਜ਼ਾਮ ਲਾਉਂਦੇ ਰਹੇ, ਤੇ ਤੁਸੀਂ ਮੈਨੂੰ। ਅੱਛਾ, ਇਹ ਹਾਲਾਤ ਸੇਮ ਨਹੀਂ ਬਣਦੇ ਜਾ ਰਹੇ? ਤੁਹਾਨੂੰ ਨਹੀਂ ਲੱਗਦਾ ਹਾਲਾਤ ਸੇਮ? ਸਗੋਂ ਰਾਦਰ ਜੇ ਤੁਸੀਂ ਦੇਖੋਗੇ ਤੇ ਇਸ ਵਾਰੀ ਸਿੱਧੂ ਦੀ ਟੋਨ ਅੱਗੇ ਨਾਲੋਂ ਵੀ ਤਿੱਖੀ ਆ, ਤਲਖ ਆ। ਕੈਪਟਨ ਅਮਰਿੰਦਰ ਸਿੰਘ ਵੇਲੇ ਸ਼ਾਇਦ ਲਿਹਾਜ਼ ਥੋੜਾ ਬਹੁਤਾ ਸੀਗਾ ਕਿਤੇ ਸ਼ੁਰੂਆਤ ਦੇ ਵਿੱਚ, ਲੇਕਿਨ ਇਸ ਵਾਰੀ ਤਾਂ ਉਹ ਸਿੱਧਾ ਆਪਣੀ ਸਰਕਾਰ ਨੂੰ ਸਿੱਧੇ ਹੋ ਗਏ। ਉਹ ਸਾਫ਼ ਕਹਿ ਰਹੇ ਨੇ ਕਿ ਮੈਂ ਤਾਂ ਇਹਦੀ ਜ਼ਿੰਮੇਵਾਰੀ ਲੈਂਦਾ ਹੀ ਨਹੀਂ, ਮੈਂ ਤਾਂ ਸ਼ੁਰੂ ਤੋਂ ਕਹਿੰਦਾ ਆ ਰਿਹਾ, ਮੈਂ ਇਹਦੀ ਜ਼ਿੰਮੇਵਾਰੀ ਉਹ ਲੈਣ ਜਿਨ੍ਹਾਂ ਨੇ, ਜਿਹੜੇ ਕਰ ਰਹੇ ਆ, ਬਚਾ ਕੌਣ ਰਿਹਾ, ਉਹ ਸਾਰੀਆਂ ਗੱਲਾਂ ਕਰ ਰਹੇ। ਸੋ ਇਹ ਇੱਕ ਵਾਰੀ ਫਿਰ ਉਹੀ ਮਾਹੌਲ ਬਣ ਰਿਹਾ ਕਿ ਤੁਸੀਂ ਤਾਂ ਚੁੱਪ ਰਹੇ ਜੀ, ਸਾਡੇ ਨਾਲ ਉਹ ਸਿੱਧੇ ਹੁੰਦੇ ਰਹੇ ਸਿੱਧੂ ਵੱਲੋਂ, ਤੇ ਤੁਸੀਂ ਚੁੱਪ ਰਹੇ। ਤੁਹਾਨੂੰ ਲੱਗਦਾ?
ਜਿੱਦਾਂ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਰੀਜ਼ਨ ਨਹੀਂ ਸੀ ਸਿੱਧੂ ਨੂੰ ਚੁੱਪ ਕਰਾਉਣ ਦਾ, ਕਿਉਂਕਿ ਸਿੱਧੂ ਉਹਨਾਂ ਨੇ ਉਸ ਵਕਤ ਵੀ ਔਰ ਅੱਜ ਵੀ ਜਿਹੜੇ ਮੁੱਦੇ ਚੱਕੇ ਨੇ, ਉਸ ਮੁੱਦਿਆਂ ਦੇ ਉੱਤੇ ਭਾਵੇਂ ਅੱਜ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਜਾਂ ਉਸ ਟਾਈਮ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਉਹਨਾਂ ਦੇ ਕੋਲ ਕੋਈ ਜਵਾਬ ਨਹੀਂ। ਚੰਨੀ ਉਹਨਾਂ ਇਸ ਗੱਲ ਦਾ ਜਵਾਬ ਤੇ ਦੇਣ ਕਿ ਕੀ ਵਜ੍ਹਾ ਹੈ ਕਿ ਤੁਸੀਂ ਐਡਵੋਕੇਟ ਜਨਰਲ ਨੂੰ, ਜੋ ਇੱਕ ਕੰਟਰੋਵਰਸੀ ਦੇ ਵਿੱਚ ਆਏ ਹੋਏ ਨੇ ਔਰ ਜਿਨ੍ਹਾਂ ਦੇ ਅਗੇਂਸਟ ਸਿੱਧੂ ਉਹਨਾਂ ਬੋਲ ਰਹੇ ਨੇ, ਉਹ ਤੱਥ ਦੇ ਆਧਾਰ ਤੇ ਬੋਲ ਰਹੇ ਨੇ, ਉਹਦੇ ਵਿੱਚ ਕੋਈ ਫਿਕਟੀਸ਼ੀਅਸ ਗਰਾਊਂਡ ਨਹੀਂ ਹੈਗਾ, ਔਰ ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕਿੱਦਾਂ ਜਸਟੀਫਾਈ ਕਰ ਸਕਦੇ ਹੋ ਉਹਨਾਂ ਦੀ ਅਪਾਇੰਟਮੈਂਟ ਔਰ ਉਹਨਾਂ ਦੇ ਦਿੱਤੇ ਹੋਏ ਅਸਤੀਫੇ ਨੂੰ ਨਾਮਨਜ਼ੂਰ ਕਰਨਾ। ਇਹ ਸਿੱਧੇ ਗੱਲ ਅੜੀ ਦੀ ਆ ਗਈ। ਔਰ ਜਿੱਥੇ ਤੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤੇ ਕਾਂਗਰਸ ਛੱਡਣ ਤੋਂ ਬਾਅਦ ਜਿਹੜੀ ਚਿੱਠੀ ਸੋਨੀਆ ਗਾਂਧੀ ਨੂੰ ਲਿਖੀ ਕਿ ਮੈਨੂੰ ਜਲੀਲ ਕੀਤਾ ਗਿਆ, ਮੈਨੂੰ ਸਿੱਧੂ ਉਹਨਾਂ ਗਾਲਾਂ ਕੱਢਦੇ ਸੀਗੇ, ਤੁਸੀਂ ਚੁੱਪ ਰਹਿੰਦੇ ਸੀਗੇ, ਤੁਹਾਡੇ ਪਿਓ ਤੇ ਧੀ ਨੇ, ਚੰਨੀ ਉਹਨਾਂ ਤੇ ਇਹ ਚੀਜ਼ਾਂ ਕਹਿਣ ਜੋਗੇ ਵੀ ਨਹੀਂ, ਕਿਉਂਕਿ ਚੰਨੀ ਉਹਨਾਂ ਅਗਰ ਮੁੱਖ ਮੰਤਰੀ ਅੱਜ ਹੈਗੇ ਨੇ ਤੇ ਉਹ ਰਹਿਨੁਮਾਈ ਹੈਗੀ ਹੈ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉਹਨਾਂ ਦੀ। ਚੰਨੀ ਉਹਨਾਂ ਦਾ ਬਤੌਰ ਮੁੱਖ ਮੰਤਰੀ ਬਣਨਾ ਉਹ ਕਿਸੇ ਵੀ ਜਗ੍ਹਾ ਸਕ੍ਰਿਪਟ ਵਿੱਚ ਨਹੀਂ ਸੀਗਾ, ਪਰ ਅੱਜ ਜਦ ਪੁੱਛਿਆ ਗਿਆ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਿ ਚੰਨੀ ਉਹਨਾਂ ਦੇ ਮੁੱਖ ਮੰਤਰੀ ਬਣਾਉਣ ਦੇ ਵਿੱਚ ਤੁਹਾਡਾ ਵੀ ਰੋਲ ਸੀਗਾ, ਤੇ ਉਹਨਾਂ ਨੇ ਸਾਫ਼ ਤੌਰ ਤੇ ਇਸ ਗੱਲ ਤੇ ਇਨਕਾਰ ਕੀਤਾ ਕਿ ਇਹ ਪਾਰਟੀ ਹਾਈਕਮਾਨ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ, ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਸੀ। ਮਨਪ੍ਰੀਤ ਬਾਦਲ ਉਹਨਾਂ ਦਾ ਵੀ ਰੋਲ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਸੀਗਾ, ਪਰ ਉਹ ਮਨਪ੍ਰੀਤ ਬਾਦਲ ਦੇ ਉਹਨਾਂ ਦੇ ਨਾਲ ਜਿਹੜੀ ਚੰਨੀ ਉਹਨਾਂ ਦੀ ਦੋਸਤੀ ਹੈ ਉਹ ਇਸ ਗੱਲ ਨੂੰ ਇੰਡੀਕੇਟ ਵੀ ਕਰਦੀ ਹੈ। ਪਰ ਗੱਲ ਤੇ ਰੰਧਾਵਾ ਜੀ ਉੱਥੇ ਹੀ ਖੜੀ ਹੈ ਕਿ ਜਿਹੜੀ ਗੱਲਾਂ ਦੇ ਉੱਤੇ ਤੁਸੀਂ ਖੜ ਕੇ ਜਵਾਬ ਨਹੀਂ ਦੇ ਸਕਦੇ, ਉਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਅੱਗੇ ਕਿੱਦਾਂ ਵਧੋਗੇ। ਅੱਛਾ ਭਾਸਕਰ ਸਾਹਿਬ, ਇੱਕ ਗੱਲ ਜਿਹੜੀ ਤੁਸੀਂ ਵਿੱਚ ਉਠਾਈ ਹੈ ਨਾ, ਉਹਨੂੰ ਇੱਕ ਵਾਰੀ ਫਿਰ ਰੀਫਰੈਸ਼ ਕਰ ਲੈਣਾ ਬੜਾ ਜ਼ਰੂਰੀ ਹੈ। ਤੁਸੀਂ ਕਿਹਾ ਕਿ ਸਕ੍ਰਿਪਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਂ ਹੈ ਨਹੀਂ ਸੀ ਬਤੌਰ ਮੁੱਖ ਮੰਤਰੀ, ਉਹ ਤਾਂ ਐਕਸੀਡੈਂਟਲ ਜਾਂ ਇਨਸੀਡੈਂਟਲ ਦੋਨਾਂ ਚੋਂ ਕੋਈ ਸ਼ਬਦ ਜਿਹੜਾ ਤੁਹਾਨੂੰ ਚੰਗਾ ਲੱਗਦਾ ਵੇਖ ਲਓ ਵੀ ਉਹਦੇ ਕਾਰਨ ਬਣ ਗਏ। ਮੈਨੂੰ ਇੰਜ ਲੱਗਦਾ ਕਿ ਸਕ੍ਰਿਪਟ ਦੇ ਵਿੱਚ ਨਾ ਹੀ ਸਿਰਫ ਚੰਨੀ ਦਾ ਸੀ। ਤੁਹਾਨੂੰ ਯਾਦ ਹੈ ਅਸੀਂ ਬਹੁਤ ਪਹਿਲਾਂ ਇਹ ਸਟੋਰੀ ਕੀਤੀ ਸੀਗੀ ਕਿ ਜਦੋਂ ਅਜੇ ਨਾਂ ਨਿਸ਼ਾਨ ਵੀ ਨਹੀਂ ਸੀ ਤਬਦੀਲੀ ਦਾ, ਜਦੋਂ ਅਜੇ ਕੋਈ ਲੜਾਈ ਛਿੜੀ ਨਹੀਂ ਸੀ, ਉਦੋਂ ਅਜੇ ਸਿਰਫ ਲੜਾਈ ਜਿਹੜੀ ਮੁੱਖ ਸਕੱਤਰ ਪੰਜਾਬ ਦੇ ਸੀ ਕਰਨ ਅਵਤਾਰ ਸਿੰਘ, ਉਹਨਾਂ ਨਾਲ ਮੰਤਰੀਆਂ ਦੀ ਹੋਈ ਸੀ। ਉਹ ਚ ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ ਸੀਗੇ। ਲਿਕਰ ਮਾਮਲੇ ਨੂੰ ਲੈ ਕੇ ਤੁਹਾਨੂੰ ਪਤਾ ਲਿਕਰ ਪਾਲਿਸੀ ਨੂੰ ਲੈ ਕੇ ਸੀਗੀ, ਔਰ ਜਿਹਦੇ ਵਿੱਚੋਂ ਇਹ ਮੰਤਰੀ ਬਾਈਕਾਟ ਕਰ ਗਏ ਸੀ। ਅਸੀਂ ਕਿਹਾ ਸੀ ਬਾਈਕਾਟ ਕਰਨ ਦੀ ਕੀ ਲੋੜ ਸੀ, ਤੁਸੀਂ ਅਫਸਰ ਨੂੰ ਕਹਿੰਦੇ ਬਾਈ ਤੂੰ ਬਾਹਰ ਚੱਲ, ਅਸੀਂ ਗੱਲ ਕਰਨੀ ਆ, ਤੁਸੀਂ ਆਪ ਉੱਠ ਕੇ ਚਲੇ ਗਏ, ਤੁਸੀਂ ਅਫਸਰ ਨੂੰ ਵੱਡਾ ਮੰਨ ਲਿਆ। ਲੇਕਿਨ ਉਹਦਾ ਆਧਾਰ ਜਿਹੜਾ ਸੀ, ਉਸ ਤੋਂ ਬਾਅਦ ਜਦੋਂ ਬਾਕੀ ਤਾਂ ਸਾਰੇ ਸਹਿਮਤੀ ਕਰ ਆਏ, ਮੁੱਖ ਮੰਤਰੀ ਨੇ ਮਨਪ੍ਰੀਤ ਬਾਦਲ ਨੂੰ ਵੀ ਮਨਾ ਲਿਆ, ਅਗਲੀ ਕੈਬਨਿਟ ਦੇ ਵਿੱਚ ਬਾਕੀ ਸਾਰੇ ਚਲੇ ਗਏ, ਲੇਕਿਨ ਚਰਨਜੀਤ ਸਿੰਘ ਚੰਨੀ ਉਦੋਂ ਨਾਰਾਜ਼ ਰਹਿ ਗਏ ਜਾਂ ਉਹ ਮਨਾਏ ਨਹੀਂ ਗਏ। ਉਸੇ ਹੀ ਦੌਰਾਨ ਦੇ ਵਿੱਚ ਰਾਹੁਲ ਗਾਂਧੀ ਦੇ ਜਿਹੜੇ ਅਸਿਸਟੈਂਟ ਸੀਗੇ ਕ੍ਰਿਸ਼ਨਾ, ਉਹ ਉਦੋਂ ਪੰਜਾਬ ਦੇ ਇੱਕ ਵੱਡੇ ਅਫਸਰ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਉਹ ਤਲਾਸ਼ਦੇ ਆ ਸੰਭਾਵਨਾਵਾਂ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਕੀ ਸੰਭਾਵਨਾ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ, ਤੇ ਉਦੋਂ ਚੰਨੀ ਦੇ ਘਰ ਹੀ ਬੈਠਦੇ ਆ। ਉੱਥੋਂ ਹੀ ਚਰਨਜੀਤ ਸਿੰਘ ਚੰਨੀ ਦਾ ਆਧਾਰ ਬਣ ਜਾਂਦਾ ਔਰ ਉਹੀ ਸਾਰੀ ਕਵਾਇਦ ਨੂੰ ਅੱਗੇ ਵਧਾਉਂਦੇ ਆ। ਉਹ ਪਰਦੇ ਦੇ ਉਹਲੇ ਬਹੁਤ ਕੁਝ ਵਾਪਰਦਾ ਰਿਹਾ, ਜਿਹਦੇ ਵਿੱਚ ਐਂਡ ਤੇ ਜਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਮਤ ਕਰ ਲਿਆ ਜਾਂਦਾ ਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਉਹ ਸਾਰੀ ਦੀ ਸਾਰੀ ਲੜਾਈ ਨੂੰ ਆਪਣੇ ਮੋਢਿਆਂ ਤੇ ਚੱਕ ਲੈਂਦੇ ਆ। ਲੜਾਈ ਤਾਂ ਸਿੱਧੂ ਦੇ ਨਾਂ ਤੇ ਨਾਂ ਦੀ ਸੀਗੀ, ਲੜਾਈ ਤਾਂ ਲੜੀ ਸੀਗੀ ਮਾਝਾ ਬ੍ਰਿਗੇਡ ਨੇ, ਜਿਹਦੇ ਵਿੱਚ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਇਕੱਲੇ ਹੀ ਅੱਗੇ ਸੀ, ਜਿਨ੍ਹਾਂ ਨਾਲ ਮੁੜ ਕੇ ਐਮਐਲਏ ਜੁੜਦੇ ਗਏ ਤੇ ਅਖੀਰ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਢਾ ਲਿਆ ਗਿਆ, ਚੰਨੀ ਸਾਹਿਬ ਨੂੰ ਬਣਾ ਦਿੱਤਾ ਗਿਆ। ਸਕ੍ਰਿਪਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਤਾਂ ਪਹਿਲਾਂ ਹੀ ਲਿਖਿਆ ਗਿਆ ਸੀ, ਮਹੀਨਿਆਂ ਪਹਿਲਾਂ ਹੀ ਲਿਖਿਆ ਗਿਆ ਸੀ। ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੇ ਲਿਖਤਾ ਸੀ, ਉਹਨਾਂ ਦੀ ਇਕੁਏਸ਼ਨ ਠੀਕ ਸੀਗੀ ਨਹੀਂ। ਕੈਪਟਨ ਅਮਰਿੰਦਰ ਸਿੰਘ ਸ਼ਾਇਦ ਉਹਨਾਂ ਨੂੰ ਸਮਝਦੇ ਕੁਝ ਨਹੀਂ ਸੀ, ਜਾਂ ਜਿਸ ਤਰ੍ਹਾਂ ਦੀ ਉਹ ਸਰਕਾਰ ਚਲਾਉਣਾ ਚਾਹੁੰਦੇ ਸੀ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਸਾਡੀ ਸਰਕਾਰ ਹੈ। ਜਾਂ ਮੋਦੀ ਸਾਹਿਬ ਦੀ ਗੱਲ ਉਹ ਦਿਲ ਤੇ ਲਾ ਗਏ ਕਿ ਨਾ ਇਹ ਉਨਕੇ ਹੈ, ਨਾ ਉਹ ਉਨਕੇ ਹੈ, ਨਾ ਇਹ ਉਨਕੇ ਹੈ, ਇਹ ਤਾਂ ਫੌਜੀ ਹੈ, ਤੁਹਾਨੂੰ ਯਾਦ ਹੋਣਾ। ਸੋ ਮੈਨੂੰ ਇੰਝ ਲੱਗਦਾ ਕਿ ਉਹਨਾਂ ਨੇ ਦਿਲ ਤੇ ਲਾ ਲਈ ਸੀ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਸੀ, ਉਹਨਾਂ ਨੇ ਸਕ੍ਰਿਪਟ 'ਚ ਚੰਨੀ ਨੂੰ ਸਭ ਤੋਂ ਉੱਪਰ ਰੱਖਿਆ। ਇੱਕ ਅਨੁਸੂਚਿਤ ਜਾਤੀਆਂ 'ਚੋਂ ਮੁੱਖ ਮੰਤਰੀ ਬਣਾਉਣ ਲਈ ਉਹਨਾਂ ਨੇ ਦਾਅ ਖੇਡਣਾ ਹੀ ਸੀਗਾ। ਕਵਾਇਦ ਭਾਵੇਂ ਕੋਈ ਵੀ ਚੁਣੀ ਗਈ, ਲੇਕਿਨ ਸਭ ਤੋਂ ਪਹਿਲਾ ਵਿਅਕਤੀ ਜਿਹਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਾਈ ਕਮਾਂਡ ਨੂੰ ਆਸਰਾ ਦਿੱਤਾ ਜਾਂ ਉਹਨਾਂ ਦੀ ਗੱਲ ਨੂੰ ਅੱਗੇ ਵਧਾਇਆ, ਉਸੇ ਵਿਅਕਤੀ ਨੂੰ ਅਖੀਰ ਦੇ ਵਿੱਚ ਬਿਨਾਂ ਕਿਸੇ ਬਹੁਤ ਵੱਡੇ ਤਾਮ-ਝਾਮ ਦੇ ਮੁੱਖ ਮੰਤਰੀ ਬਣਾਤਾ। ਹੁਣ ਤੁਸੀਂ ਅੱਗੇ ਗੱਲ ਕਰੋ। ਬਿਲਕੁਲ, ਅਗਰ ਤੁਸੀਂ ਇਹ ਜਿਹੜੀ ਗੱਲ ਅੱਜ ਸਿੱਧੂ ਦਾ ਇਹ ਐਡਮਿਟ ਕਰਨਾ ਕਿ ਉਹ ਤੇ ਹਾਈ ਕਮਾਂਡ ਨੇ ਬਣਾਇਆ, ਅਸੀਂ ਨਹੀਂ ਬਣਾਇਆ, ਮੈਂ ਨਹੀਂ ਬਣਾਇਆ, ਇਹ ਉਸੇ ਗੱਲ ਦਾ ਸੂਚਕ ਹੈ ਕਿ ਉਹ ਸਕ੍ਰਿਪਟ ਦੇ ਵਿੱਚ ਇੱਕੋ ਹੀ ਨਾਂ ਸੀ ਚਰਨਜੀਤ ਸਿੰਘ ਚੰਨੀ ਦਾ, ਜਿਨ੍ਹਾਂ ਨੂੰ ਅਖੀਰ ਦੇ ਵਿੱਚ ਘੋੜੀ ਚੜਾਤਾ ਗਿਆ।
ਬਿਲਕੁਲ ਠੀਕ ਕਹਿ ਰਹੇ ਹੋ। ਅਗਰ ਇਹ ਗੱਲ ਸੀਗੀ ਔਰ ਜਿਸ ਤਰੀਕੇ ਨਾਲ ਮੈਨੂੰ ਵੀ ਯਾਦ ਹੈ ਤੁਸੀਂ ਵੀ ਇਸ ਗੱਲ ਨੂੰ ਰਿਵੀਲ ਕੀਤਾ ਸੀਗਾ ਕਿ ਇਸ ਸਾਰੀ ਕਲੇਸ਼ ਦਾ ਜਾਂ ਸਾਰੀ ਰਣਨੀਤੀ ਦਾ ਰਣਨੀਤੀਕਾਰ ਪਹਿਲੇ ਸ਼ੁਰੂ ਦੇ ਵਿੱਚ ਚੰਨੀ ਉਹਨਾਂ ਦੇ ਨਾਲ ਬੈਠ ਕੇ ਕ੍ਰਿਸ਼ਨਾ ਉਹਨਾਂ ਦੀ ਮੀਟਿੰਗ ਦੇ ਵਿੱਚ ਇਹ ਸਾਰੀ ਰਣਨੀਤੀ ਰਚੀ ਗਈ ਸੀ। ਪਰ ਬਾਅਦ ਚੋਂ ਨਵਜੋਤ ਸਿੰਘ ਸਿੱਧੂ ਨੂੰ 2022 ਵਜੋਂ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰਨ ਦੀ ਗੱਲ ਸੀਗੀ। ਉਸ ਗੱਲ ਦੇ ਉੱਤੇ ਵੀ ਇਸ ਰਣਨੀਤੀ ਦੇ ਵਿੱਚ ਇੱਕ ਸਹਿਮਤੀ ਬਣ ਚੁੱਕੀ ਸੀਗੀ। ਜਦ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਲਾਇਆ ਗਿਆ उस दिन हरीश रावत उन्होंने बयान यही सीगे कि 2022 में ਜਿਹੜੇ ਚੁਣਾਵ ਲੜੇ ਜਾएंगे वो नवजोत सिंह सिद्धू की लीडरशिप में लड़े जाएंगे। पर जब ਰੋਲਾ ਪੈ ਗਿਆ ਆਪੋਜੀਸ਼ਨ ਨੇ ਕਿਹਾ ਕਿ ਇੱਕ ਦਲਿਤ ਮੁੱਖ ਮੰਤਰੀ ਬਣਾਇਆ ਤੇ ਇਹਨੂੰ ਤੁਸੀਂ ਟੈਂਪਰੇਰੀ ਕਿਦਾਂ ਰੱਖ ਸਕਦੇ ਹੋ, ਇਹ ਤੇ ਦਲਿਤਾਂ ਦਾ ਮਜ਼ਾਕ ਉਡਾਣਾ ਹੋਇਆ। ਤੇ ਫਿਰ ਇੱਕ स्टेटमेंट सुरजेवाला ਉਹਨਾਂ ਦੀ आई थी कि पंजाब में 2 चेहरों के ऊपर इलेक्शन लड़े जाएंगे, नवजोत सिंह सिद्धू एज PPCC प्रधान और दूसरे ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ। ਹੁਣ ਗੱਲ ਹੈਗੀ ਹੈ ਕਿ 2022 ਦੇ ਵਿੱਚ ਕਿਹਦੇ ਚਿਹਰੇ ਨੂੰ ਲੈ ਕੇ ਇਲੈਕਸ਼ਨ ਜਿੱਤਿਆ ਜਾ ਸਕਦਾ ਹੈ। ਭਾਵੇਂ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਨੂੰ ਦੇਖਿਆ ਜਾਏ ਤੇ ਉਹਨਾਂ ਨੇ ਕਾਫੀ ਕੁਝ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਸਟਾਈਲ ਸੀਗਾ ਉਹ ਤੋਂ ਵੱਖਰੇ ਹੋ ਕੇ ਆਪਣੀ ਐਕਸੈਸਿਬਿਲਿਟੀ ਨੂੰ ਵਧਾ ਕੇ ਗਰੀਬਾਂ ਦੇ ਨਾਲ ਗਲੇ ਮਿਲ ਕੇ ਕੁਝ ਐਦਾਂ ਦੇ ਫੈਸਲੇ ਕਰਕੇ ਆਪਣੀ ਇੱਕ ਸਮਾਜ ਦੇ ਵਿੱਚ ਜਗ੍ਹਾ ਤੇ ਬਣਾਈ ਹੈ। ਪਰ ਫਿਰ ਵੀ ਕਿਸੇ ਨਾ ਕਿਸੇ ਜਗ੍ਹਾ ਜਿਹੜੇ ਇੰਟਰਨਲ ਸਰਵੇ ਹੋਏ ਨੇ ਕਾਂਗਰਸ ਪਾਰਟੀ ਦੇ ਉਹਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਬਤੌਰ ਫਰੈਸ਼ ਚਿਹਰਾ ਜੇ ਨਵਜੋਤ ਸਿੰਘ ਸਿੱਧੂ ਨੂੰ 2022 ਦੇ ਵਿੱਚ ਪ੍ਰੋਜੈਕਟ ਕੀਤਾ ਜਾਂਦਾ ਹੈ ਤੇ ਪਾਰਟੀ ਨੂੰ ਮੈਜੋਰਿਟੀ ਲੈਣ ਵਾਸਤੇ ਬਹੁਤੀ ਮੁਸ਼ਕਿਲਾਂ ਨਹੀਂ ਆਉਣਗੀਆਂ। ਉਸ ਗੱਲ ਦੀ ਕਵਾਇਦ, ਉਸ ਗੱਲ ਤੇ ਲਿਖੀ ਹੋਈ ਸਕ੍ਰਿਪਟ ਦਾ ਹਿੱਸਾ ਇਹ ਚੀਜ਼ਾਂ ਹੋ ਸਕਦੀ ਹੈ ਕਿ ਚੰਨੀ ਉਹਨਾਂ ਨੂੰ ਡਿਫੇਮ ਕੀਤਾ ਜਾਏ, ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏ, ਤਾਂ ਹੀ ਕਰਕੇ 2022 ਦੇ ਵਿੱਚ ਜਦ ਚਿਹਰਾ ਚੇਂਜ ਕਰਨਾ ਹੈ, ਜੇ ਤੁਸੀਂ ਫੇਸ ਚੇਂਜ ਕਰਨਾ ਹੈ ਤੇ ਉਹਦਾ ਕੋਈ ਆਧਾਰ ਹੋਣਾ ਚਾਹੀਦਾ ਹੈ। ਵਰਨਾ ਮੈਨੂੰ ਇਹ ਨਹੀਂ ਲੱਗਦਾ ਕਿ ਚੰਨੀ ਉਹਨਾਂ ਨੂੰ ਕੋਈ ਬਹੁਤੀ ਮੁਸ਼ਕਿਲ ਹੋਣੀ ਚਾਹੀਦੀ ਹੈ ਜੇ ਏਜੀ ਨੂੰ ਹਟਾਉਣ ਦੀ ਡਿਮਾਂਡ ਤੱਥਾਂ ਦੇ ਆਧਾਰ ਤੇ ਅਗਰ ਨਵਜੋਤ ਸਿੰਘ ਸਿੱਧੂ ਕਰ ਦਿੰਦੇ ਨੇ ਔਰ ਚੰਨੀ ਉਹਨਾਂ ਇਸ ਗੱਲ ਨੂੰ ਮੰਨ ਦਿੰਦੇ ਤੇ ਉਹਦੇ ਵਿੱਚ ਤੇ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਆਉਣ ਵਾਲੀ ਹੈ। ਜਿੱਥੇ ਤੱਕ ਡੀਜੀਪੀ ਦੇ ਅਪਾਇੰਟਮੈਂਟ ਦੀ ਗੱਲ ਹੈਗੀ ਉਹ ਪੈਨਲ ਭੇਜਿਆ ਹੋਇਆ ਹੈ, ਉਸ ਪੈਨਲ ਦੇ ਵਿੱਚ 2 ਵਾਰ ਵਾਪਸੀ ਹੋਣ ਤੋਂ ਬਾਅਦ ਅਲਟੀਮੇਟਲੀ ਤਾਂ ਕੋਈ ਨਾ ਕੋਈ ਡਿਸੀਜਨ ਇਸ ਮੁੱਦੇ ਤੇ ਹੋਏਗਾ। ਪਰ ਨਾਲ ਦੇ ਨਾਲ ਤੁਸੀਂ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖੋ ਕਿ ਇਹ ਜਿਹੜਾ ਨਵੰਬਰ ਦਾ ਮਹੀਨਾ ਹੈ ਇਹਦੇ ਵਿੱਚ ਜਿਹੜੀ ਇਲੈਕਸ਼ਨ ਦੀ ਬਿਸਾਤ ਹੈਗੀ ਹੈ ਉਹ ਆਪਣੇ ਆਪ ਵਿੱਚ ਵਿਛਾਈ ਜਾਣੀ ਹੈ। ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ 10 ਦਸੰਬਰ ਨੂੰ ਕੋਡ ਲੱਗ ਜਾਣਾ ਹੈ, ਕੁਝ 25 ਨੂੰ ਕਹਿੰਦੇ ਨੇ, ਕੁਝ 18 ਨੂੰ ਕਹਿੰਦੇ ਨੇ। ਯਾਨੀ ਇਹ ਮਹੀਨਾ ਉੱਦਾਂ ਦਾ ਹੈਗਾ ਜੇ ਕਾਂਗਰਸ ਨੂੰ ਜਾਂ ਵੱਖ-ਵੱਖ ਪਾਰਟੀਆਂ ਨੂੰ ਆਪਣੀ ਰਾਜਨੀਤੀ ਫਾਈਨਲ ਰਾਊਂਡ ਦੇ ਵਿੱਚ ਲੈ ਕੇ ਜਾਣੀ ਪਏਗੀ ਤਾਂ ਕਿ ਇਲੈਕਸ਼ਨ ਕਿਹਦੇ ਚਿਹਰੇ ਤੇ ਕਿੰਨੇ ਮੁੱਦਿਆਂ ਤੇ ਲੜਿਆ ਜਾਏ, ਉਹਨਾਂ ਮੁੱਦਿਆਂ ਨੂੰ ਤਿਆਰ ਕਰਕੇ ਰੱਖਿਆ ਜਾਏ। ਜਿੱਦਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ 13 ਪੁਆਇੰਟ ਜਿਹੜੇ ਸਿੱਧੂ ਉਹਨਾਂ ਨੇ ਰੱਖੇ ਨੇ, ਉਹਨਾਂ ਪੁਆਇੰਟਸ ਦੇ ਵਿੱਚ ਕੋਈ ਗੜਬੜ ਨਹੀਂ ਹੈਗੀ। ਉਹਨਾਂ 13 ਮੁੱਦਿਆਂ ਨੂੰ ਅਗਰ ਕਾਂਗਰਸ ਪਾਰਟੀ ਅਗਲੇ ਚੋਣ ਮੈਨੀਫੈਸਟੋ ਦੇ ਵਿੱਚ ਲੈ ਕੇ ਜਾਏਗੀ ਤੇ ਕਾਂਗਰਸ ਨੂੰ ਉਹਨਾਂ ਮੈਨੀਫੈਸਟੋ ਦੇ ਵਿੱਚ ਫਾਇਦਾ ਹੋ ਸਕਦਾ, ਕਿਉਂਕਿ ਉਹਨਾਂ ਵਿੱਚੋਂ ਕਾਫੀ ਸਾਰੇ ਮੁੱਦੇ ਇੱਦਾਂ ਦੇ ਹੈਗੇ ਜਿਹੜੀ ਆਮ ਆਦਮੀ ਪਾਰਟੀ ਵੀ ਚੱਕਦੀ ਹੈ। ਜੇ ਆਮ ਆਦਮੀ ਪਾਰਟੀ ਨੂੰ ਮੁੱਦਿਆਂ ਦੇ ਆਧਾਰ ਤੇ ਡਾਊਨ ਕਰਨਾ ਹੋਏ ਤੇ ਇਹਨਾਂ ਮੁੱਦਿਆਂ ਨੂੰ ਕਾਂਗਰਸ ਨੂੰ ਵੀ ਅੱਗੇ ਵਧਾਉਣਾ ਪਏਗਾ। ਨਹੀਂ, ਪਰ ਭਾਸਕਰ ਸਾਹਿਬ ਲੋਕ ਕਹਿਣਗੇ ਕਿ ਤੁਸੀਂ ਫਿਰ ਚੋਣ ਮੈਨੀਫੈਸਟੋ 'ਚ ਕਿਉਂ ਲਿਆਉਂਦੇ ਹੋ? ਤੁਸੀਂ ਪਾਵਰ 'ਚ ਹੋ, ਤੁਸੀਂ ਭਾਵੇਂ ਮੰਨ ਲਓ ਲਿਕਰ ਹੈ, ਭਾਵੇਂ ਮਾਈਨਿੰਗ ਹੈ, ਤੁਸੀਂ ਬੇਸ਼ੱਕ ਇਹਨੂੰ ਹੁਣ ਇੰਪਲੀਮੈਂਟ ਨਹੀਂ ਕਰ ਸਕਦੇ, ਲੇਕਿਨ ਤੁਸੀਂ ਪਾਲਿਸੀ ਤਾਂ ਕੈਬਨਿਟ 'ਚ ਲਿਆ ਕੇ ਬਣਾ ਸਕਦੇ ਹੋ ਅਗਲੇ ਸਾਲ ਲਈ। ਤੁਸੀਂ ਨਹੀਂ ਜਿਹੜਾ ਵਾ ਉਹ ਜੋ ਵੀ ਸੋਧਾਂ ਚਾਹੀਦੀਆਂ, ਤੁਸੀਂ ਕੱਲ ਦਾ ਤੁਹਾਡੇ ਕੋਲ ਸੈਸ਼ਨ ਹੈਗਾ, ਤੁਸੀਂ ਜਿਹੜੀ ਚੀਜ਼ ਤੁਹਾਡੀ ਕੈਬਨਿਟ ਦੇ ਅਧਿਕਾਰ 'ਚ ਨਹੀਂ ਆਉਂਦੀ ਤੁਸੀਂ ਕੈਬਨਿਟ ਤੋਂ ਰੈਫਰ ਕਰ ਸਕਦੇ ਹੋ ਆਪਣੇ ਸੈਸ਼ਨ ਲਈ, ਤੁਸੀਂ ਵਿਧਾਨ ਸਭਾ 'ਚੋਂ ਕਰਾ ਸਕਦੇ ਹੋ। ਲੋਕ ਕਹਿਣਗੇ ਕਿ ਸੱਤਾਧਾਰੀ ਧਿਰ ਵਾਅਦਿਆਂ ਨਾਲ ਕਿਉਂ ਜਾਵੇ, ਉਹ ਪ੍ਰੋਮਿਸਿਸ ਨਾਲ ਕਿਉਂ ਜਾਵੇ, ਉਹ ਪਾਲਿਸੀਜ਼ ਬਣਾ ਕੇ ਜਾਵੇ ਕਿ ਸਾਨੂੰ ਸਮਾਂ ਬਹੁਤ ਘੱਟ ਮਿਲਿਆ, ਅਸੀਂ ਅਗਲੇ ਸਾਲ ਲਈ ਪਾਲਿਸੀ ਬਣਾਤੀ ਹੈ ਤੇ ਇਹੀ ਲਾਗੂ ਹੋਊਗੀ। ਮੈਂ ਤਾਂ ਭਾਸਕਰ ਸਾਹਿਬ ਇਹ ਵੀ ਸਮਝਦਾ ਹੈ ਕਿ ਕੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ 24 ਦੀ ਇਲੈਕਸ਼ਨ 'ਚ ਵਰਤਣਾ ਚਾਹ ਰਹੀ ਹੈ। ਉਹ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹ ਰਹੀ, ਉਹ ਸਿੱਧੂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਉਹ ਸਿੱਧੂ ਨੂੰ ਚਿਹਰਾ ਬਣਾਉਣ ਲਈ ਬਾਕੀ ਸਾਰੇ ਚਿਹਰਿਆਂ ਦਾ ਮਲੀਆਮੇਟ ਕਰ ਦੇਣਾ ਚਾਹੁੰਦੇ ਆ। ਉਹ ਸਿੱਧੂ ਦੇ ਨਾਂ ਤੇ ਸਿਆਸਤ ਕਿਵੇਂ ਅੱਗੇ ਵਧਾ ਸਕਣਗੇ ਜਿੰਨਾ ਚਿਰ ਸਿੱਧੂ ਦੀ ਆਪਣੀ ਸੈਟੀਸਫੈਕਸ਼ਨ ਨਹੀਂ ਹੋ ਰਹੀ, ਉਹ ਕਿਸੇ ਵੀ ਮੁੱਦੇ ਦੇ ਉੱਤੇ ਪੂਰੀ ਤਸੱਲੀ 'ਚ ਹੈ ਹੀ ਨਹੀਂਗੇ। ਉਹ ਹਰੇਕ ਪਾਲਿਸੀ ਲਈ ਉਹ ਕਹਿੰਦੇ ਮੇਰੇ ਤੋਂ ਅੱਗੇ ਕੋਈ ਨਹੀਂ ਹੈ। ਲੇਕਿਨ ਕੁੱਲ ਮਿਲਾ ਕੇ ਤੁਸੀਂ
ਸਰਕਾਰ ਦਾ ਚਿਹਰਾ ਕੋਈ ਬਣਾ ਲਿਆ, ਪਾਰਟੀ ਦਾ ਜਿਹੜਾ ਚਿਹਰਾ ਬਣਾਇਆ ਉਹ ਤੁਹਾਡੇ ਤੋਂ ਤਸੱਲੀ 'ਚ ਨਹੀਂ ਹੈਗਾ। ਆਖਿਰਕਾਰ ਲੋਕ ਤੁਹਾਡੇ ਤੇ ਭਰੋਸਾ ਕਿਵੇਂ ਕਰਨਗੇ ਜੇ ਤੁਸੀਂ ਇਹ ਵੀ ਕਹਿ ਦਿੰਦੇ ਹੋ ਕਿ ਸਾਡਾ ਅਗਲਾ ਚਿਹਰਾ ਸਿੱਧੂ ਹੋਊਗਾ? ਤਾਂ ਜ਼ਰੂਰੀ ਤਾਂ ਨਹੀਂ ਕਿ ਲੋਕ ਮੰਨ ਲੈਣ ਕਿ ਜਿਵੇਂ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਹੋ, ਚਿਹਰੇ ਬਦਲਦੇ ਰਹੇ ਹੋ, ਕਿ ਅਖੀਰ ਦੇ ਵਿੱਚ ਸਿੱਧੂ ਹੀ ਚਿਹਰਾ ਹੋਊਗਾ। ਜਾਂ ਸਿੱਧੂ ਕਿਵੇਂ ਯਕੀਨ ਕਰ ਲੂ ਕਿ ਮੈਂ ਇਹਨਾਂ ਲਈ ਇਲੈਕਸ਼ਨ ਲੜ ਕੇ, ਇਹਨਾਂ ਲਈ ਕੈਂਪੇਨ ਕਰਕੇ ਸਰਕਾਰ ਬਣਾਉਣ ਤੱਕ ਲੈ ਆਉਣਾ। ਹਾਲਾਂਕਿ ਇਹ ਵੀ ਉਹਨਾਂ ਦੀ ਆਤਕਥ ਨਹੀਂ ਆ, ਇਹ ਵੀ ਉਹਨਾਂ ਦੀ ਈਗੋ ਆ ਕਿ ਮੈਂ 80 ਤੋਂ 100 ਸੀਟਾਂ ਜਿੱਤ ਕੇ ਝੋਲੀ 'ਚ ਪਾਉਂਗਾ। ਇਹ ਵੀ ਲੋਕ ਬਹੁਤ ਜ਼ਿਆਦਾ ਹਜਮ ਨਹੀਂ ਕਰਦੇ, ਕਿਉਂਕਿ ਇਹ ਇੱਕ ਟੀਮ ਵਰਕ ਹੁੰਦਾ ਹੈ, ਇਹ ਸੰਗਠਨ ਹੁੰਦਾ ਹੈ, ਸਾਰੀਆਂ ਪਾਰਟੀਆਂ ਦਾ ਟੀਮ ਵਰਕ ਹੁੰਦਾ ਹੈ। ਖੈਰ, ਇਹ ਬਹੁਤ ਵੱਡੇ ਸਵਾਲ ਆ। ਬੇਭਰੋਸਗੀ ਵੱਧ ਰਹੀ ਆ, ਕ੍ਰੈਡੀਬਿਲਿਟੀ ਪੋਲੀਟੀਸ਼ੀਅਨ ਦੀ ਵੈਸੇ ਹੀ ਘਟੀ ਹੋਈ ਆ, ਤੇ ਐਸੇ ਵਿੱਚ ਜਿਹੜੇ ਆ ਚੱਲਦੇ ਘਟਨਾਕ੍ਰਮ ਇਹਨਾਂ ਨੇ ਹੋਰ ਨਿਮਨ ਪੱਧਰ ਤੇ ਲੈਣ ਦੀ ਕੀ ਕਹਿੰਦੇ ਹੋ? ਬਿਲਕੁਲ, ਜਿਹੜਾ ਤੁਸੀਂ ਯਕੀਨ ਵਾਲੀ ਗੱਲ ਕੀਤੀ ਹੈ, ਹਾਲਾਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵਰਬਲੀ ਔਰਲੀ ਇਹ ਗੱਲ ਕਹੀ ਗਈ ਹੈ ਕਿ 2022 ਦੇ ਚਿਹਰੇ ਤੁਸੀਂ ਹੋਗੇ, ਪਰ ਸਿੱਧੂ ਨੂੰ ਕਿੱਦਾਂ ਯਕੀਨ ਹੋਏ? ਸਿੱਧੂ ਉਹਨਾਂ ਮੁੱਦਿਆਂ ਤੇ ਕਿਉਂ ਚੁੱਪ ਹੋ ਜਾਏ ਜਿਹੜਾ ਮੁੱਦਿਆਂ ਨੂੰ ਉਹ ਅੱਗੇ ਤੋਰਨਾ ਚਾਹੁੰਦਾ ਹੈ 2022 ਦੇ ਵਿੱਚ? ਜੇ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕੀਤਾ ਵੀ ਜਾਂਦਾ ਹੈ ਤੇ ਉਹ ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਅੱਗੇ ਵਧਦੇ ਹੋਏ ਨਜ਼ਰ ਆਉਣੇ ਚਾਹੀਦੇ ਹੈ। ਉਸ ਮੁੱਦਿਆਂ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਦਾ ਤਰੀਕਾ ਹੀ ਹੈ ਜਿਹੜਾ ਅੱਜ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੇ 10 ਰੁਪਏ ਪੈਟਰੋਲ ਦੇ ਉੱਤੇ ਵੈਟ ਘਟਾਇਆ ਔਰ 5 ਰੁਪਏ ਡੀਜ਼ਲ ਤੇ ਘਟਾਇਆ, ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਦ ਤੱਕ ਬਿਜਲੀ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਤਦ ਤੱਕ ਬਿਜਲੀ 3 ਰੁਪਏ ਸਸਤੀ ਜਿਹੜਾ ਦੇਣ ਦਾ ਐਲਾਨ ਕੀਤਾ ਉਹ ਕਿਸੇ ਤਰੀਕੇ ਨਾਲ ਦਿੱਤੀ ਹੀ ਨਹੀਂ ਜਾ ਸਕਦੀ। ਫਿਰ ਉਹ ਉਹਨਾਂ ਮੁੱਦਿਆਂ ਦੇ ਉੱਤੇ ਅੱਗੇ ਵਧਦੇ ਹੋਏ ਕਿ ਵੀ ਟਰਮੀਨੇਸ਼ਨ ਕਿੱਦਾਂ ਹੁੰਦਾ ਇਹਨਾਂ ਐਗਰੀਮੈਂਟ ਦਾ। ਅਸੀਂ ਪਹਿਲੇ ਹੀ ਕਹਿ ਰਹੇ ਸੀਗੇ ਕਿ ਜਦ ਵੀ ਇਹਨਾਂ ਪੀਪੀਏ ਐਗਰੀਮੈਂਟਸ ਨੂੰ ਰੱਦ ਕੀਤਾ ਗਿਆ ਉਹ ਟ੍ਰਿਬਿਊਨਲ ਦੇ ਵਿੱਚ ਜਾਣਗੇ ਔਰ ਉਹਨਾਂ ਨੂੰ ਸਟੇ ਮਿਲ ਜਾਏਗਾ। ਇਹਦਾ ਜ਼ਿਕਰ ਸਿੱਧੂ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੀਤਾ ਸੀਗਾ। ਹੁਣ ਗੱਲ ਹੈ ਵੇ ਕਿ ਮੁੱਦਿਆਂ ਦੇ ਉੱਤੇ ਅੱਗੇ ਵਧਣਾ, ਉਹਨਾਂ ਮੁੱਦਿਆਂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੁਆਰਾ ਹੱਲ ਨਾ ਕਰਨਾ, ਉਹ ਕਿਸੇ ਨਾ ਕਿਸੇ ਜਗ੍ਹਾ ਅੱਗੇ ਦੀ ਰਣਨੀਤੀ ਦੀ ਸਕ੍ਰਿਪਟ ਹੋ ਸਕਦੀ ਹੈ। ਇਹ ਗੱਲ ਮੈਂ ਬਾਰ-ਬਾਰ ਕਹਿ ਰਿਹਾ ਕਿਉਂਕਿ ਕੁਝ ਲੋਕ ਮੈਨੂੰ ਇਹ ਵੀ ਕਹਿੰਦੇ ਨੇ ਕਿ ਸਿੱਧੂ ਲੋਕਾਂ ਦੇ ਵਿੱਚ, ਪਾਰਟੀ ਵਰਕਰਾਂ ਦੇ ਵਿੱਚ, ਐਮਐਲਏਆਂ ਦੇ ਵਿੱਚ ਡਿਫੇਮ ਹੋ ਚੁੱਕੇ ਨੇ। ਸਿੱਧੂ ਨੂੰ ਬਹੁਤੇ ਕਾਂਗਰਸੀ ਐਮਐਲਏ ਪਸੰਦ ਨਹੀਂ ਕਰਦੇ। ਮੇਰਾ ਜਵਾਬ ਉਹਨਾਂ ਨੂੰ ਇਹ ਸੀਗਾ ਕਿ ਕਾਂਗਰਸ ਦਾ ਇੱਕ ਕਲਚਰ ਹੈਗਾ, ਕਦੀ ਵੀ ਨਹੀਂ ਸੋਚਿਆ ਹੋਇਆ ਸੀ ਕਿਸੇ ਨੇ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਘਾਕ ਸਿਆਸਤਦਾਨ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ। ਅੱਜ ਚੰਨੀ ਉਹਨਾਂ ਦੇ ਨਾਲ ਜਿਹੜੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਵੀ ਸੀ ਉਹ ਤੁਰਦੇ ਹੋਏ ਨਜ਼ਰ ਆਉਂਦੇ ਹਨ। ਜਿਸ ਦਿਨ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਹੱਥ ਰੱਖਤਾ ਬਤੌਰ ਮੁੱਖ ਮੰਤਰੀ ਅਗਲੇ 2022 ਦੇ ਇਲੈਕਸ਼ਨਾਂ ਦੇ ਵਿੱਚ, ਤੇ ਸਾਰੇ ਕਾਂਗਰਸੀ ਜਿਹੜੇ ਅੱਜ ਸਿੱਧੂ ਨਾਲ ਦੂਰੀਆਂ ਬਣਾਉਂਦੇ ਨੇ ਇਹ ਤੁਹਾਨੂੰ ਸਿੱਧੂ ਨਾਲ ਨਜ਼ਰ ਆਣਗੇ। ਜਿੱਥੇ ਤੱਕ ਵਰਕਰਾਂ ਦੀ ਗੱਲ ਹੈਗੀ ਹੈ, ਜਿੱਥੇ ਤੱਕ ਲੋਕਾਂ ਦੀ ਗੱਲ ਹੈਗੀ ਹੈ, ਲੋਕ ਤੇ ਉਸ ਗੱਲ ਨੂੰ ਇੰਨਾ ਕੋਈ ਸਮਝਦੇ ਆ ਜਿੰਨਾ ਕੋ ਮੀਡੀਆ ਦੇ ਰਾਹੀਂ ਸਮਝਾਈ ਜਾਂਦੀ ਹੈ। ਔਰ ਮੀਡੀਆ ਜਦ ਆਪਣਾ ਰੋਲ ਦੂਜੀ ਤਰਫ ਅਦਾ ਕਰਨਾ ਸ਼ੁਰੂ ਕਰਦਾ ਤੇ ਉਹ ਹਵਾ ਬਦਲਦੇ ਦੇਰ ਨਹੀਂ ਲੱਗਦੀ। ਤੁਸੀਂ ਠੀਕ ਕਹਿ ਰਹੇ ਹੋ। ਇੱਕ ਆਖਰੀ ਗੱਲ ਜਿਹੜੀ ਮੈਂ ਚਾਹੂੰਗਾ ਕਿ ਤੁਸੀਂ ਟਿੱਪਣੀ ਦੇ ਜਾਓ, ਅੱਜ ਕੁਝ ਨਿਯੁਕਤੀਆਂ ਤੇ ਰੌਲਾ ਬੜਾ ਪਿਆ ਔਰ ਇਹ ਨਿਯੁਕਤੀਆਂ ਨੂੰ ਤਰਕਸੰਗਤ ਕਿਵੇਂ ਮੰਨ ਲਈਏ? ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਕਿ ਇਹਨਾਂ ਦੇ ਵਿੱਚ ਕਾਬਲੀਅਤ ਜਾਂ ਇਹਨਾਂ ਦੇ ਵਿੱਚ ਪ੍ਰੋਫੈਸ਼ਨਲ ਜਿਹੜੀ ਯੋਗਤਾ ਹੈ ਉਹਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ? ਇਹ ਅਨਸਰ ਦੀ ਲੋੜ ਸੀ ਜਾਂ ਇਹ ਕਿਸੇ ਮਜਬੂਰੀ ਦੇ ਵਿੱਚ ਕੀਤੀਆਂ ਗਈਆਂ? ਦੇਖੋ, ਇਹ ਗਲਤੀਆਂ ਉਹ ਸੀ ਜਿਨ੍ਹਾਂ ਗਲਤੀਆਂ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀ ਪੀ ਪੀ ਕੇ ਕੋਸਿਆ ਸੀਗਾ। ਜਦ ਉਹਨੇ ਫਤਿਹ ਜੰਗ ਸਿੰਘ ਬਾਜਵਾ ਉਹਨਾਂ ਦੇ ਮੁੰਡੇ ਨੂੰ ਇੰਸਪੈਕਟਰ ਲਾਇਆ ਸੀਗਾ ਤੇ ਰਕੇਸ਼ ਪਾਂਡੇ ਜਿਹੜੇ ਲੁਧਿਆਣੇ ਦੇ ਐਮਐਲਏ ਹੈਗੇ ਆ ਉਹਨਾਂ ਦੇ ਮੁੰਡੇ ਨੂੰ ਤਹਿਸੀਲਦਾਰ ਲਾਇਆ ਸੀ, ਉਹ ਵੀ ਜਿਹੜੇ ਤਰਸ ਦੇ ਆਧਾਰ ਤੇ ਬਣਾਇਆ ਸੀਗਾ। ਅੱਜ ਜਿਹੜਾ ਆਧਾਰ ਸੀ ਨੌਕਰੀਆਂ ਦੇਣ ਦਾ, ਉਹ ਨਾ ਤੇ ਤਰਸ ਦਾ ਆਧਾਰ ਸੀਗਾ, ਯੋਗਿਅਤਾ ਦਾ ਆਧਾਰ ਕਿਹਾ ਜਾਂਦਾ ਹੈ, ਪਰ ਸਾਨੂੰ ਵੀ ਪਤਾ ਹੈ ਕਿ ਉਸ ਤੋਂ ਵੀ ਜ਼ਿਆਦਾ ਯੋਗ ਬੰਦੇ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਆ। ਇਹ ਨੌਕਰੀਆਂ ਜਵਾਈਆਂ ਨੂੰ ਤੇ ਪੁੱਤਾਂ ਨੂੰ ਦੇਣ ਦੀ ਗੱਲ, ਜਿੱਦਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਤੇ ਕੈਬਨਿਟ ਦੇ ਵਿੱਚ ਇਹ ਮੁੱਦਾ ਉਠਾਤਾ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮੌਜੂਦਗੀ ਦੇ ਵਿੱਚ। ਅੱਜ ਉਹ ਗਲਤੀਆਂ ਜਿਹੜੀ ਕੈਪਟਨ ਸਾਹਿਬ ਨੇ ਕੀਤੀ ਸੀ ਉਹ ਰੰਧਾਵਾ ਸਾਹਿਬ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਇਹ ਇੱਕ ਸਕ੍ਰਿਪਟ ਦਾ ਹਿੱਸਾ ਹੋ ਸਕਦਾ, ਕਿਉਂਕਿ ਜਿਨ੍ਹਾਂ ਗਲਤੀਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਿਲਨ ਟਾਈਪ ਜੇ ਨਜ਼ਰ ਆਉਣ ਲੱਗ ਗਈ ਸੀ, ਉਦਾਂ ਦੀ ਗਲਤੀਆਂ ਹੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਕਰਨਾ, ਉਹ ਕਿ ਐ ਨਹੀਂ ਹੈ। ਕਾਂਗੜ ਉਹਨਾਂ ਦਾ ਮੰਤਰਾਲਿਆ ਕਿਉਂ ਗਿਆ? ਉਹਨਾਂ ਦੀ ਗਲਤੀ ਸਿਰਫ ਇਹ ਹੀ ਸੀਗੀ, ਉਹਨਾਂ ਨੇ ਵੀ ਕੋਈ ਆਪਣੇ ਜਵਾਈ ਨੂੰ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਅੱਜ ਰੰਧਾਵਾ ਉਹਨਾਂ ਤੇ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾ ਦਿੰਦੇ ਨੇ, ਜਦਕਿ ਐਡਵੋਕੇਟ ਜਨਰਲ ਦੇ ਉੱਤੇ ਪਹਿਲੇ ਹੀ ਸਿੱਧੂ ਉਹਨਾਂ ਅਟੈਕ ਕਰਕੇ ਬੈਠੇ ਹੋਏ ਨੇ।
ਇਦਾਂ ਦੇ ਹਾਲਾਤ ਵਿੱਚ ਇਹ ਗਲਤੀਆਂ ਹੈ ਜਾਂ ਜਾਣਬੁੱਝ ਕੇ ਕੀਤੀ ਹੋਈ ਗਲਤੀਆਂ ਹੈ ਜਾਂ ਮੁੱਦਿਆਂ ਭਾਸਕਰ ਤੋਂ ਸਾਹਿਬ ਭਟਕਾਉਣ ਦੀ ਰਾਜਨੀਤੀ ਹੈ, ਇਹਦੇ ਭਾਸਕਰ ਉੱਤੇ ਸਾਹਿਬ ਸੋਚਣ ਦੀ ਗੱਲ। ਇਹ ਵੀ ਉਦੋਂ ਜਦੋਂ ਇਹਨਾਂ ਮੁੱਦਿਆਂ ਤੇ ਵੱਡੀ ਲੜਾਈ ਛਿੜੀ ਹੋਈ ਆ। ਇਹ ਵੀ ਉਦੋਂ ਜਦੋਂ ਕੰਟਰੋਵਰਸੀਜ਼ ਬਹੁਤ ਸੀ। ਇਹ ਵੀ ਉਦੋਂ ਜਦੋਂ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਨੇ, ਸਰਕਾਰ ਦੇ ਅੰਦਰ ਸਭ ਠੀਕ ਨਹੀਂ, ਪਾਰਟੀ ਔਰ ਸਰਕਾਰ ਦੇ ਵਿੱਚ ਪੰਗੇਬਾਜ਼ੀ ਹੈ। ਉਦੋਂ ਇਹੋ ਜਿਹੇ ਫੈਸਲੇ ਲੈਣੇ, ਇਹਨਾਂ ਨੂੰ ਸਿਆਸੀ ਮੈਚੁਰਿਟੀ ਕਿਵੇਂ ਮੰਨਾਂਗੇ? ਬਿਲਕੁਲ ਕੋਈ ਮੈਚੁਰਿਟੀ ਨਜ਼ਰ ਨਹੀਂ ਆਉਂਦੀ। ਪਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਹ ਗਲਤੀਆਂ, ਜਿਨ੍ਹਾਂ ਗਲਤੀਆਂ ਉੱਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਡਿਫੇਮ ਹੋਣਾ ਪਿਆ ਸੀਗਾ, ਔਰ ਉਹ ਨੌਕਰੀਆਂ ਭਾਵੇਂ ਫਤਿਹ ਜੰਗ ਸਿੰਘ ਬਾਜਵਾ ਦੇ ਮੁੰਡੇ ਦੀ ਹੋਏ, ਉਹਨਾਂ ਨੂੰ ਆਪ ਮਨਾ ਕਰਨਾ ਪੈ ਗਿਆ ਕਿ ਨਹੀਂ, ਅਸੀਂ ਆਪਣੇ ਮੁੰਡੇ ਨੂੰ ਨੌਕਰੀ ਤੇ ਨਹੀਂ ਲਾ ਰਹੇ। ਔਰ ਉਸ ਗੱਲ ਦੇ ਉੱਤੇ ਅੱਜ ਦੁਬਾਰਾ ਉਸ ਇਸ਼ੂ ਨੂੰ, ਆਪੋਜੀਸ਼ਨ ਨੂੰ ਇੱਕ ਮੁੱਦਾ ਦੇਣ ਦੀ ਕੋਸ਼ਿਸ਼ ਕਰਨਾ ਜਾਂ ਮੁੱਦਾ ਦੇ ਦੇਣਾ, ਮੈਨੂੰ ਲੱਗਦਾ ਨਹੀਂ ਕੋਈ ਬਹੁਤ ਜ਼ਿਆਦਾ ਸਿਆਣਪ ਇਸ ਗੱਲ ਦੇ ਵਿੱਚ ਹੈਗੀ ਹੈ। ਪਰ ਇਹ ਦਿੱਤਾ ਹੈ, ਇਹਦੇ ਪਿੱਛੇ ਵੀ ਕੋਈ ਰਣਨੀਤੀ ਹੋ ਸਕਦੀ ਹੈ, ਕਿਉਂਕਿ ਮੁੱਦਿਆਂ ਤੋਂ ਭਟਕਾਣਾ, ਮੁੱਦਿਆਂ ਨੂੰ ਡਾਇਵਰਟ ਕਰਨਾ ਹਰ ਪੋਲੀਟੀਕਲ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ। ਔਰ ਉਹੀ ਕੋਸ਼ਿਸ਼ ਅੱਜ ਇਸ ਅਪਾਇੰਟਮੈਂਟਸ ਦੁਆਰਾ ਕੀਤੀ ਜਾ ਸਕਦੀ ਹੈ ਔਰ ਕੀਤੀ ਗਈ ਹੋਣੀ ਹੈ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਹੈ, ਜੇ ਮੈਂ ਆਪਣੇ ਜਵਾਈ ਨੂੰ ਨੌਕਰੀ ਦਊਂਗਾ ਤੇ ਗੱਲ ਦੂਰ ਤੱਕ ਜਾਏਗੀ। ਗੱਲ ਗਈ ਵੀ, ਬਾਹਰ ਵੀ ਗਈ ਤੇ ਦੂਰ ਤੱਕ ਵੀ ਗਈ। ਹਜੇ ਤੇ ਸਿੱਧੂ ਉਹਨਾਂ ਨੇ ਵੀ ਇਸ ਮੁੱਦੇ ਤੇ ਬੋਲਣਾ ਬਾਕੀ ਹੈਗਾ। ਲੱਗਦਾ ਅਗਲੀ ਪ੍ਰੈਸ ਕਾਨਫਰੰਸ ਇਸ ਮੁੱਦੇ ਤੇ ਨਾ ਹੋਏ, ਜਾਂ ਅੱਜ ਕੱਲ ਕੋਈ ਟਵੀਟ ਜਾਂ ਆ ਜਾਏ, ਔਰ ਆਏਗਾ ਵੀ ਮੈਨੂੰ ਲੱਗਦਾ ਹੈ। ਨਹੀਂ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇਕਰ ਸੱਚਮੁੱਚ ਇਹ ਇਸ਼ੂਜ਼ ਨੂੰ ਬਦਲਣ ਦਾ ਇੱਕ ਸੋਚਿਆ ਸਮਝਿਆ ਪੈਂਤੜਾ ਹੋਵੇ, ਕਿਉਂਕਿ ਰੰਧਾਵਾ ਸਾਹਿਬ ਪ੍ਰਸ਼ਨਾਂ ਦੇ ਘੇਰੇ 'ਚ ਨੇ, ਕਿਉਂਕਿ ਉਹਨਾਂ ਕੋਲ ਗ੍ਰਹਿ ਮੰਤਰਾਲਾ, ਸਾਰੀ ਪੁਲਿਸ ਫੋਰਸ ਉਹਨਾਂ ਕੋਲ ਹੈ, ਵੀ ਉਹ ਬੇਅਦਬੀਆਂ ਦੇ ਮਾਮਲੇ 'ਚ ਤੇਜ਼ੀ ਕਿਉਂ ਨਹੀਂ ਦਿਖਾ ਰਹੇ, ਉਹ ਨਸ਼ਿਆਂ ਦੇ ਮਾਮਲੇ 'ਚ ਤੇਜ਼ੀ ਕਿਉਂ ਨਹੀਂ ਦਿਖਾ ਰਹੇ। ਇਹ ਸਿੱਧੂ ਕਹਿ ਰਿਹਾ, ਇਹ ਸਾਫ਼ ਜਾਂ ਸਿੱਧੇ ਰੂਪ 'ਚ ਕਹਿ ਰਿਹਾ। ਤੇ ਇਹਨਾਂ ਵੱਡੇ ਮੁੱਦਿਆਂ ਦੀ ਮਾਰ ਥੱਲੇ ਆਉਣ ਨਾਲੋਂ ਕਿਸੇ ਨਿੱਜੀ ਮੁੱਦੇ ਤੇ ਲੋਕਾਂ ਦੇ ਹਮਲੇ ਸਹਿ ਲੈਣੇ ਜ਼ਿਆਦਾ ਸੌਖੇ ਹੁੰਦੇ ਆ। ਤੁਹਾਡਾ ਤਾਂ ਸਿੱਧਾ ਜਿਹਾ ਸੰਕੇਤ ਹੈ ਕਿ ਪੈਂਤੜੇਬਾਜ਼ੀ ਵੀ ਹੋ ਸਕਦੀ। ਖੈਰ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।